ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸ਼ਵੇਤਾ ਭਾਰਦਵਾਜ। ਜਦੋਂ ਵੀ ਇੱਕ ਕਪਲ ਕਾਉਂਸਲਿੰਗ ਲਈ ਆਂਦਾ ਹੈ, ਇਹਦਾ ਮਤਲਬ ਹੈ ਉਹਨਾਂ ਨੇ ਆਪਸ 'ਚ ਅੰਦਰ ਬੜੀ ਕੋਸ਼ਿਸ਼ ਕੀਤੀ ਹੈ, ਪਰ ਉਹ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ, ਤਦੀ ਉਹ ਇੱਕ ਤੀਸਰੇ ਬੰਦੇ ਦੀ ਹੈਲਪ ਲੈਣਾ ਚਾਹ ਰਹੇ ਹੁੰਦੇ ਆ। ਕਈ ਵਾਰੀ ਤਾਂ ਉਹ ਪੂਰਾ ਪਰਿਵਾਰ ਇਨਵੋਲਵ ਕਰਕੇ ਉਹ ਪੂਰਾ ਪਰਿਵਾਰ ਫੇਲ ਹੋ ਚੁੱਕਾ ਹੁੰਦਾ ਉਹਨਾਂ ਨੂੰ ਸਮਝਾਉਣ ਦੇ ਵਿੱਚ, ਐਂਡ ਦੇ ਵਿੱਚ ਕਾਉਂਸਲਰ ਦੇ ਕੋਲ ਆਉਂਦੇ ਆ। ਔਰ ਕਈ ਵਾਰੀ ਪਰਿਵਾਰ ਨੂੰ ਪਤਾ ਚੱਲੇ ਇਸ ਤੋਂ ਪਹਿਲਾਂ ਹੀ ਉਹ ਇੱਕ ਕਾਉਂਸਲਰ ਦੇ ਕੋਲ ਆਉਂਦੇ ਆ, ਤਾਂ ਕਿ ਕਿਸੇ ਨੂੰ ਪਤਾ ਚੱਲਣ ਤੋਂ ਪਹਿਲਾਂ ਸਾਡੀ ਆਪਸ ਦੀ ਗੱਲ ਆਪਸ 'ਚ ਹੀ ਖਤਮ ਹੋ ਜਾਏ। ਬਟ ਮੈਂ ਆਪਣੀ ਐਕਸਪੀਰੀਅੰਸ ਤੋਂ ਸ਼ੇਅਰ ਕਰੂੰਗੀ ਉਹ ਕਿਹੜੀਆਂ ਗਲਤਫਹਿਮੀਆਂ ਹੈ ਜਿਹੜੀਆਂ ਸਾਨੂੰ ਲੱਗਦੀਆਂ ਹੈ ਕਿ ਇਹਦੇ ਕਾਰਨ ਵਿਆਹ ਟੁੱਟਦਾ ਹੈ। ਸਭ ਤੋਂ ਪਹਿਲੀ ਗਲਤਫਹਿਮੀ ਇਹ ਹੈ ਕਿ ਜੇ ਕਿਸੇ ਦੀ ਚੰਗੀ ਪਰਸਨੈਲਿਟੀ ਨਾ ਹੋਵੇ ਤਾਂ ਉਹਦਾ ਵਿਆਹ ਨਹੀਂ ਟਿਕ ਸਕਦਾ। ਨਿਊਰੋਸਿਸ ਹੈ, ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਮਤਲਬ ਇਹਦਾ ਵਿਆਹ ਪੋਸੀਬਲ ਹੀ ਨਹੀਂ ਹੈ, ਜਾਂ ਇਹ ਬਹੁਤ ਗੁੱਸੇ ਵਾਲਾ ਇਨਸਾਨ ਹੈ, ਇਹਦਾ ਵਿਆਹ ਪੋਸੀਬਲ ਹੀ ਨਹੀਂ ਹੈ, ਇਹਦਾ ਵਿਆਹ ਟਿਕਣਾ ਹੀ ਨਹੀਂ ਹੈ। ਇਹ ਬਹੁਤ ਵੱਡੀ ਗਲਤਫਹਿਮੀ ਹੈ। ਵਿਆਹ ਟੁੱਟਣ ਦਾ ਇੱਕ ਪਰਸਨੈਲਿਟੀ ਕੋਈ ਕਾਰਨ ਨਹੀਂ ਹੁੰਦਾ। ਹਾਂ, ਜਿੱਦਾਂ ਦੀ ਪਰਸਨੈਲਿਟੀ ਹੈ ਉਹਦੇ ਹਿਸਾਬ ਦੇ ਨਾਲ ਜਦੋਂ ਪਾਰਟਨਰ ਚੂਜ਼ ਕੀਤਾ ਜਾਂਦਾ ਹੈ ਤਾਂ ਵਿਆਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਜਿੱਦਾਂ ਸਪੋਜ਼ ਇੱਕ ਮੁੰਡਾ ਹੈ, ਉਹ ਬਹੁਤ ਬੌਸੀ ਹੈ, ਉਹਨੂੰ ਇਹ ਹੈ ਕਿ ਮੇਰੀ ਗੱਲ ਹੀ ਸੁਣੀ ਜਾਏ, ਜੇ ਮੇਰੀ ਗੱਲ ਨਹੀਂ ਸੁਣੀ ਗਈ ਤਾਂ ਮੈਨੂੰ ਗੁੱਸਾ ਆ ਜਾਏਗਾ, ਸਮਾਨ ਤੋੜ ਫੋੜ ਕਰਨਾ ਸ਼ੁਰੂ ਕਰ ਦੇਗਾ। ਜੇ ਆਪਾਂ ਉਹਦੇ ਲਈ ਕੁੜੀ ਵੀ ਇੱਦਾਂ ਦੀ ਹੀ ਲੱਭ ਲਈਏ ਜਿਹੜੀ ਉਹ ਵੀ ਇਕੁਅਲ ਬੌਸੀ ਹੈ, ਜਿਹੜੀ ਚਾਹ ਰਹੀ ਹੈ ਕਿ ਹਾਂ ਮੇਰੀ ਗੱਲ ਸੁਣੀ ਜਾਏ, ਫਿਰ ਉਹਨਾਂ ਦੇ ਪਰਸਨੈਲਿਟੀ 'ਚ ਕਲੈਸ਼ ਆ ਜਾਏਗਾ ਔਰ ਉਹ ਕਦੀ ਵੀ ਨਹੀਂ ਟਿਕ ਸਕਦਾ। ਉਹਦੇ ਵਿੱਚ ਦੋ ਬੌਸੀ ਬੰਦੇ, ਟੂ ਇਕੁਅਲ ਜਿਹੜੀਆਂ ਸਟਰੋਂਗ ਪਰਸਨੈਲਿਟੀਜ਼ ਹੈ, ਉਹ ਨਹੀਂ ਐਡਜਸਟ ਹੋ ਸਕਦੇ। ਇੱਕ ਉਹ ਬੌਸੀ ਬੰਦੇ ਲਈ, ਇੱਕ ਉਹ ਜਿਹੜੀ ਬੜੀ ਠਹਿਰੀ ਹੋਈ ਸਬਮਿਸਿਵ ਥੋੜੀ ਸ਼ਾਂਤ ਜਿਹੀ ਲੜਕੀ ਹੋਏ ਜਿਹਦੇ ਵਿੱਚ ਥੋੜੀ ਪੇਸ਼ੈਂਸ ਹੋਵੇ, ਤਾਂ ਉਹਨਾਂ ਦੋਨਾਂ ਦਾ ਮੈਚ ਬਹੁਤ ਵਧੀਆ ਹੁੰਦਾ ਹੈ। ਜਿੱਦਾਂ ਕੋਈ ਬੋਲਣ ਵਾਲਾ ਤੇ ਕੋਈ ਸੁਣਨ ਵਾਲਾ ਹੋਵੇ ਤਾਂ ਉਹਨਾਂ ਦੋਨਾਂ ਦਾ ਮੈਚ ਬਹੁਤ ਵਧੀਆ ਹੋ ਜਾਂਦਾ ਹੈ। ਉਹਦੇ ਵਿੱਚ ਨਹੀਂ ਮੈਟਰ ਕਰਦਾ ਕਿ ਉਹਦਾ ਪਰਸਨੈਲਿਟੀ ਡਿਸਆਰਡਰ ਹੈ ਜੀ, ਜਾਂ ਉਹਦੀ ਪਰਸਨੈਲਿਟੀ 'ਚ ਕੋਈ ਪ੍ਰੋਬਲਮ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸਾਡੀ ਬੜੀ ਵੱਡੀ ਗਲਤਫਹਿਮੀ ਹੈ ਕਿ ਜੀ ਪਰਸਨੈਲਿਟੀ ਡਿਸਆਰਡਰ ਹੈ। ਬੜੇ ਲੋਕ ਆਉਂਦੇ ਆ ਮੇਰੇ ਕੋਲ ਕਿ ਜੀ ਸਾਨੂੰ ਬਾਈਪੋਲਰ ਡਿਸਆਰਡਰ ਹੈ, ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਹੈ, ਤਾਂ ਵਿਆਹ ਹੀ ਨਹੀਂ ਕਰਨਾ ਚਾਹੀਦਾ, ਤਾਂ ਨਾਰਸਿਸਟਿਕ ਹੈ। ਸਮਝਣਾ ਪੈਂਦਾ ਹੈ ਕਿ ਉਹਨਾਂ ਦਾ ਜੇ ਪਰਸਨੈਲਿਟੀ ਡਿਸਆਰਡਰ ਹੈ, ਸਾਨੂੰ ਉਹਦੇ ਹਿਸਾਬ ਦੇ ਨਾਲ ਪਾਰਟਨਰ ਚੂਜ਼ ਕਰਨਾ ਹੈ। ਤਾਂ ਇਸੇ ਲਈ ਇਸ ਗਲਤਫਹਿਮੀ ਲਈ ਮੈਂ ਹਮੇਸ਼ਾ ਸੁਜੈਸਟ ਕਰਦੀ ਹਾਂ ਕਿ ਪ੍ਰੀ ਮੈਰਿਟਲ ਕਾਉਂਸਲਿੰਗ ਜ਼ਰੂਰ ਲੈਣੀ ਚਾਹੀਦੀ ਹੈ। ਇੱਕ ਵਾਰੀ ਵਿਆਹ ਤੋਂ ਪਹਿਲਾਂ ਦੋਨੋਂ ਆਪਣੀ ਪਰਸਨੈਲਿਟੀ ਨੂੰ ਅਸੈਸ ਕਰਾਓ ਕਿ ਕੀ ਅਸੀਂ ਲੌਂਗ ਟਰਮ ਲਈ ਇੱਕ ਦੂਜੇ ਲਈ ਕੰਪੈਟੇਬਲ ਹੈ। ਦੂਸਰੀ ਬੜੀ ਵੱਡੀ ਗਲਤਫਹਿਮੀ ਹੈ ਕਿ ਸਾਡੇ ਦੋਨਾਂ ਦੇ ਕਾਮਨ ਇੰਟਰਸਟ ਹੋਏਗੇ ਨਾ ਤੇ ਸਾਨੂੰ ਜੋੜ ਕੇ ਰੱਖेंगे। ਇਹ ਸੁਣਨ 'ਚ ਸ਼ਾਇਦ ਤੁਸੀਂ ਬਹੁਤ ਕਾਮਨਲੀ ਨਹੀਂ ਸੁਣੀ ਹੋਏਗੀ ਕਿ ਜੀ ਮੁੰਡਾ ਵੀ ਸਿੰਗਰ ਹੈ, ਕੁੜੀ ਵੀ ਸਿੰਗਰ ਹੈ, ਜਾਂ ਮੁੰਡਾ ਵੀ ਡਾਕਟਰ ਹੈ, ਕੁੜੀ ਵੀ ਡਾਕਟਰ ਹੈ, ਤਾਂ ਇਹਨਾਂ ਦੋਨਾਂ ਦੀ ਬਹੁਤ ਵਧੀਆ ਨਿਭ ਜਾਏਗੀ। ਨਹੀਂ, ਇਹ ਗਲਤਫਹਿਮੀ ਹੈ, ਕਿਉਂਕਿ ਕਈ ਵਾਰੀ ਕੌਨਫਲਿਕਟ ਇसी ਕਾਰਨ ਆ ਜਾਂਦਾ ਹੈ। ਦੋਨੋਂ ਆਪਣੇ ਆਪ ਨੂੰ ਇਕੁਅਲ ਸਮਝਣਾ ਸ਼ੁਰੂ ਕਰਦੇ ਹੈ। ਉਹ ਸਮਝਦਾ ਹੈ ਮੈਂ ਸਹੀ ਹੈ, ਮੈਂ ਇਹਨੂੰ ਸਮਝਾ ਸਕਦਾ ਹੈ, ਉਹ ਕਹੇਗਾ ਮੇਰੇ ਹਿਸਾਬ ਨਾਲ ਕਰ। ਔਰ ਦੂਜਾ ਪਾਰਟਨਰ, ਇਹਦੇ ਵਿੱਚ ਕੋਈ ਮੈਂ ਜੈਂਡਰ ਦੀ ਗੱਲ ਨਹੀਂ ਕਰ ਰਹੀ ਕਿ ਮੁੰਡਾ ਕਹੇਗਾ ਜਾਂ ਕੁੜੀ ਕਹੇਗੀ, ਦੋਨਾਂ ਦੀ ਆਪਣੇ ਆਪਣੇ ਸੇਮ ਉਹਦੇ ਵਿੱਚ ਇੰਟਰਸਟ ਦੇ ਵਿੱਚ ਓਪੀਨੀਅਨ ਹੋਏਗੇ, ਕਿਉਂਕਿ ਦੋਨਾਂ ਨੇ ਅਲੱਗ-ਅਲੱਗ ਤਰੀਕੇ ਨਾਲ ਸਿੱਖਿਆ। ਤਾਂ ਆਪਣੇ ਓਪੀਨੀਅਨਸ ਜਦੋਂ ਦੱਸਦੇ ਹੈ ਤਾਂ ਉੱਥੇ ਹੀ ਕਲੈਸ਼ ਹੋ ਜਾਂਦਾ ਹੈ, ਉਹਨਾਂ ਦੀ ਕਮਿਊਨੀਕੇਸ਼ਨ ਹੀ ਬੰਦ ਹੋ ਜਾਂਦੀ ਹੈ। ਜਿੱਦਾਂ ਤੁਹਾਨੂੰ ਲੱਗਦਾ ਹੋਏਗਾ ਕਿ ਕਾਮਨ ਇੰਟਰਸਟ ਹੈ ਤਾਂ ਦੋਨਾਂ ਦੀ ਬੜੀ ਬਣੇਗੀ, ਮੈਨੂੰ ਘੁੰਮਣਾ ਬਹੁਤ ਅੱਛਾ ਲੱਗਦਾ ਹੈ, ਕਈ ਵਾਰੀ ਸਿਰਫ ਇਸੇ ਗੱਲ ਤੇ ਮੇਜਰ ਕੌਨਫਲਿਕਟ ਹੋ ਜਾਂਦਾ ਹੈ ਕਿ ਜੀ ਮੈਨੂੰ ਘੁੰਮਣਾ ਮਾਊਂਟੇਨਸ 'ਚ ਪਸੰਦ ਹੈ ਤਾਂ ਇਹਨੂੰ ਸੀ ਸਾਈਡ 'ਚ ਪਸੰਦ ਹੈ, ਦੋਨੋਂ ਇਕੱਠੇ ਜਾ ਹੀ ਨਹੀਂ ਪਾਉਂਦੇ। ਤਾਂ ਕਾਮਨ ਇੰਟਰਸਟ ਕੋਈ ਬਹੁਤ ਵੱਡੀ ਗਾਰੰਟੀ ਨਹੀਂ ਹੈ ਕਿ ਉਹਨਾਂ ਦਾ ਰਿਸ਼ਤਾ ਅੱਗੇ ਬਹੁਤ ਵਧੀਆ ਨਿਭੇਗਾ। ਪਰਸਨੈਲਿਟੀ ਦੂਜਾ ਫੈਕਟਰ ਹੋ ਗਿਆ, ਕਾਮਨ ਇੰਟਰਸਟ। ਔਰ ਤੀਜਾ ਫੈਕਟਰ ਹੈ ਕਿ ਸਾਨੂੰ ਲੱਗਦਾ ਹੈ ਕਿ ਮੈਂ ਅਗਰ ਸਾਰੇ ਕੰਮ ਕਰ ਦੂੰਗਾ ਆਪਣੇ ਪਾਰਟਨਰ ਦੇ, ਜਾਂ ਉਹ ਮੇਰੇ ਸਾਰੇ ਕੰਮ ਕਰ ਦੇਗੀ, ਜਿਹਨੂੰ ਅਸੀਂ ਐਕਟ ਆਫ ਸਰਵਿਸ ਕਹਿੰਦੇ ਹਾਂ, ਤਾਂ ਸਾਡਾ ਵਿਆਹ ਬਹੁਤ ਵਧੀਆ ਨਿਭੇਗਾ। ਇਹ ਵੀ ਬਹੁਤ ਵੱਡੀ ਗਲਤਫਹਿਮੀ ਹੈ। ਅਸੀਂ ਵਿਆਹ ਕਰਕੇ ਪਾਰਟਨਰ ਲੈ ਕੇ ਆ ਰਹੇ ਹਾਂ, ਕੋਈ ਨੌਕਰ ਜਾਂ ਸਾਨੂੰ ਸਰਵਿਸ ਪ੍ਰੋਵਾਈਡਰ ਦੀ ਲੋੜ ਨਹੀਂ ਹੁੰਦੀ ਮੇਰਾ ਸਾਰਾ ਕੰਮ ਕਰੇ। ਜੇ ਮੇਰਾ ਸਾਰਾ ਕੰਮ ਨਹੀਂ ਕੀਤਾ, ਇਹ ਅਥੋਰਿਟੇਟਿਵ ਬਿਹੇਵੀਅਰ ਹੈ, ਇੱਕ ਪਾਰਟਨਰ ਦਾ ਬਿਹੇਵੀਅਰ ਨਹੀਂ ਹੈ। ਇਹਦੇ ਕਾਰਨ ਕਈ ਵਾਰੀ ਲੜਾਈਆਂ ਤਾਂ ਬਹੁਤ ਹੁੰਦੀਆਂ, ਬਟ ਇਹਦੇ ਹੀ ਕਾਰਨ ਜਦੋਂ ਇਹ ਲੜਾਈਆਂ ਵੱਧ ਜਾਂਦੀਆਂ ਕਿ ਹਾਂ ਜੀ ਮੈਂ ਇਹਦਾ ਕੰਮ ਕਰ ਦਿੰਦਾ ਤਾਂ ਮੇਰਾ ਵਿਆਹ ਬਚਿਆ ਹੋਇਆ, ਉਹਦੇ ਵਿੱਚ ਕੀ ਹੁੰਦਾ ਹੈ, ਡੋਮੀਨੇਟ ਕਰਨ ਦੀ ਇੰਨੀ ਆਦਤ ਪੈ ਜਾਂਦੀ ਹੈ ਕਿ ਕੰਮ ਕਰਦੇ ਕਰਦੇ ਵੀ ਜਦੋਂ ਜਿਸ ਪਾਰਟਨਰ ਨੂੰ ਇਹ ਹੁੰਦਾ ਹੈ ਨਾ ਕਿ ਮੇਰਾ ਹੋਰ ਕੰਮ ਕਰੇ,
ਜਿੰਨਾ ਕੰਮ ਕਰਾ ਲਿਆ ਮੈਨੂੰ ਉਨੀ ਸੈਟੀਸਫੈਕਸ਼ਨ ਹੋਏਗੀ, ਉਹਦੀ ਤਸੱਲੀ ਕਦੀ ਨਹੀਂ ਹੁੰਦੀ। ਔਰ ਉਹਨੇ ਜਦੋਂ ਕਦੀ ਖੁਸ਼ ਹੀ ਨਹੀਂ ਹੋਣਾ ਤਾਂ ਇਹ ਇੱਕ ਇਲੂਜ਼ਨ ਹੁੰਦਾ ਹੈ ਕਿ ਸਾਡਾ ਵਿਆਹ ਚੱਲਦਾ ਪਿਆ ਵੈ, ਬਟ ਉਹਦੇ ਵਿੱਚ ਕੋਈ ਅੱਛੇ ਕਪਲ ਵਾਲਾ ਕੋਈ ਸਾਈਨ ਨਹੀਂ ਹੁੰਦਾ। ਜਿਹੜੇ ਚੰਗੇ ਵਿਆਹ ਹੁੰਦੇ ਆ ਨਾ, ਚੰਗੇ ਵਿਆਹ ਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਮੇਰਾ ਕੰਮ ਕਿੰਨਾ ਕਿਹਨੇ ਕੀਤਾ। ਜਿਨ੍ਹਾਂ ਦਾ ਵੀ ਚੰਗੇ ਵਿਆਹ ਦੇ ਵਿੱਚ ਇੱਕ ਦੂਜੇ ਦਾ ਪਾਰਟਨਰ ਖੁਸ਼ ਹੋ ਕੇ ਹੈਲਪ ਕਰਨਾ ਚਾਹੁੰਦੇ ਆ, ਜਦੋਂ ਉਹਨਾਂ ਦੇ ਸਿਰ ਤੇ ਤਲਵਾਰ ਹੈ ਕਿ ਹਾਂ ਜੀ ਮੇਰੇ ਆਂਦਿਆਂ ਨੂੰ ਇਹ ਕੰਮ ਨਹੀਂ ਕੀਤਾ ਹੋਇਆ ਤਾਂ ਮੈਂ ਲੜੂੰਗੀ ਜਾਂ ਮੈਂ ਇਹਦੇ ਆਉਣ ਤੋਂ ਪਹਿਲਾਂ ਕੰਮ ਕਰਕੇ ਰੱਖਾਂ, ਸ਼ਾਇਦ ਇਹ ਖੁਸ਼ ਹੋ ਜਾਏਗੀ, ਉਹ ਹੈਪੀ ਮੈਰਿਜ ਨਹੀਂ ਹੁੰਦੀ। ਉਹ ਆਪਣੇ ਡਰ ਨੂੰ ਜਾਂ ਆਪਣੇ ਘਰ ਦੀ ਸ਼ਾਂਤੀ ਨੂੰ ਬਚਾਉਣ ਲਈ ਇੱਕ ਐਕਟ ਹੀ ਹੁੰਦਾ ਹੈ ਔਰ ਉਹ ਬਹੁਤਾ ਦੇਰ ਨਹੀਂ ਚੱਲਦਾ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਐਕਚੁਅਲ ਇੱਕ ਹੈਪੀ ਮੈਰਿਜ ਹੋਵੇ ਤਾਂ ਆਪਣੇ ਪਾਰਟਨਰ ਦੀ ਖੁਸ਼ੀ ਲਈ ਕੰਮ ਕਰੋ। ਉਹਨੂੰ ਦੇਖ ਕੇ ਕਿ ਮੈਂ ਉਹਦੇ ਲਈ ਕੀਤਾ ਹੋਏਗਾ, ਰੂਮ ਉਹਦੇ ਮੇਰੇ ਆਂਦਿਆਂ ਨੂੰ ਕਲੀਨ ਹੋਏਗਾ ਤਾਂ ਉਹਨੂੰ ਕਿੰਨੀ ਖੁਸ਼ੀ ਫੀਲ ਹੋਏਗੀ, ਇਹਦੇ ਲਈ ਤੁਸੀਂ ਉਹਦਾ ਕੰਮ ਕਰਨਾ ਹੈ, ਨਾ ਕਿ ਲੜਾਈ ਰੋਕਣ ਲਈ, ਘਰ ਦੀ ਸ਼ਾਂਤੀ ਲਈ। ਘਰ ਦੀ ਸ਼ਾਂਤੀ ਔਰ ਲੜਾਈ ਰੋਕਣ ਲਈ ਜਿਹੜਾ ਕੀਤਾ ਗਿਆ ਕੰਮ ਹੈ ਉਹ ਅਲਟੀਮੇਟਲੀ ਸੈਪਰੇਸ਼ਨ ਦੇ ਵਿੱਚ ਹੀ ਜਾ ਕੇ ਖਤਮ ਹੁੰਦਾ ਹੈ। ਇਹ ਸਾਡੀ ਬਹੁਤ ਵੱਡੀ ਗਲਤਫਹਿਮੀ ਹੈ ਕਿ ਅਫੇਅਰਸ ਦੇ ਕਾਰਨ ਡਾਈਵੋਰਸ ਹੁੰਦੇ ਹੈ। ਰਿਐਲਿਟੀ ਇਹ ਹੈ ਕਿ ਵਿਆਹ ਦੇ ਵਿੱਚ ਰਿਸਪੈਕਟ, ਕਲੋਜ਼ਨੈਸ ਔਰ ਐਪਰੀਸੀਏਸ਼ਨ ਖਤਮ ਹੋਣ ਦੇ ਕਾਰਨ ਅਫੇਅਰ ਹੁੰਦਾ ਹੈ। ਔਰ ਉਹ ਜਦੋਂ ਅਫੇਅਰ ਹੁੰਦਾ ਹੈ ਉਹਦੇ ਕਾਰਨ ਸਾਨੂੰ ਲੱਗਦਾ ਹੈ ਕਿ ਸਾਡਾ ਰਿਸ਼ਤਾ ਟੁੱਟਿਆ ਹੈ, ਪਰ ਉਹ ਰਿਸ਼ਤਾ ਪਹਿਲਾਂ ਹੀ ਜਦੋਂ ਅਫੇਅਰ ਹੋ ਜਾਂਦਾ ਹੈ ਉਸ ਤੋਂ ਪਹਿਲਾਂ ਹੀ ਟੁੱਟ ਚੁੱਕਾ ਹੁੰਦਾ ਹੈ। ਕਿਉਂਕਿ ਅਫੇਅਰ ਦਾ ਮਤਲਬ ਇਹ ਹੈ ਕਿ ਮੈਨੂੰ ਜੋ ਮੇਰੇ ਪਾਰਟਨਰ ਕੋਲੋਂ ਚਾਹੀਦਾ ਸੀਗਾ ਉਹ ਨਹੀਂ ਮਿਲ ਰਿਹਾ ਤਾਂ ਮੈਂ ਕਿਸੇ ਹੋਰ ਦੂਸਰੇ ਕੋਲ ਗਿਆ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਉਹ ਪਹਿਲਾਂ ਹੀ ਰਿਸ਼ਤਾ ਖਤਮ ਹੋ ਚੁੱਕਾ ਹੋਇਆ ਸੀਗਾ। ਅਸੀਂ ਜ਼ਰੂਰ ਅਫੇਅਰ ਤੇ ਬਲੇਮ ਕੀਤਾ। ਅਫੇਅਰ ਹੀ ਇੱਕ ਕਾਰਨ ਨਹੀਂ ਹੈ ਜਿਹਦੇ ਕਾਰਨ ਡਾਈਵੋਰਸ ਹੁੰਦਾ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਅਸੀਂ ਆਪਣੇ ਪਾਰਟਨਰ ਨੂੰ ਸਹੀ ਵਕਤ ਤੇ ਐਪਰੀਸ਼ੀਏਟ ਕਰਨਾ ਭੁੱਲ ਜਾਂਦੇ ਹਾਂ, ਕਲੋਜ਼ਨੈਸ ਸਾਡੀ ਖਤਮ ਹੋ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਰਿਸ਼ਤਿਆਂ ਦੇ ਵਿੱਚ ਸਾਨੂੰ ਬਹੁਤ ਪਰੇਸ਼ਾਨ ਕਰਦੀਆਂ ਹੈ। ਇਹਨਾਂ ਛੋਟੀਆਂ ਚੀਜ਼ਾਂ ਨੂੰ ਜੇ ਤੁਸੀਂ ਧਿਆਨ ਨਾਲ ਸਮਝ ਕੇ ਆਪਣੇ ਰਿਸ਼ਤਿਆਂ ਵਿੱਚ ਲੱਭਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਸ਼ਾਇਦ ਡਾਈਵੋਰਸ ਵਾਲੇ ਇੱਕ ਚੱਕਰ ਦੇ ਵਿੱਚ ਪੈਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਰਿਸ਼ਤੇ ਨੂੰ ਸੁਧਾਰ ਸਕਦੇ ਹੋ। ਥੈਂਕ ਯੂ।